पिछले लंबे समय की घालना तो बाद दमदमा साहब तलवंडी साबो विखे गुरु काशी ਸਾਹਿਤ अकादमी का गठन कर दिता गया है। 7 ਸਾਹਿਤਕ ਤੇ ਸਮਾਜਿਕ ਸੰਸਥਾਵਾਂ ਦੇ ਕਾਰਜਕਰਤਾ ਅਤੇ 18 ਪੁਸਤਕਾਂ ਦੇ ਰਚੇਤਾ ਡਾਕਟਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੂੰ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਪ੍ਰਧਾਨ ਭੁਪਿੰਦਰ ਪੰਨੀਵਾਲੀਆ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ ਹੈ। ਪ੍ਰੈਸ ਵਾਰਤਾ ਦੇ ਦੌਰਾਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਸੰਸਥਾਪਕ ਡਾਕਟਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਦੱਸਿਆ कि इस ਸਾਹਿਤ ਅਕਾਦਮੀ ਦਾ ਮਨੋਰਥ ਕੁਝ ਵੱਡੇ ਕੱਦ ਦੇ ਇਤਿਹਾਸਕਾਰ ਅਤੇ ਸਾਹਿਤਕਾਰਾਂ ਦਾ ਆਸ਼ੀਰਵਾਦ ਲੈਂਦਿਆਂ ਛੋਟੀਆਂ ਪੁੰਗਰ ਦੀਆਂ ਕਲਮਾਂ ਨੂੰ ਹੱਲਾਸ਼ੇਰੀ ਅਤੇ ਹੌਸਲਾ ਅਫਜ਼ਾਈ ਕਰਨ ਦੇ ਲਈ ਮੰਚ ਮੁਹੱਈਆ ਕਰਨਾ ਹੈ, ਜਿਸ ਦੀ ਕਿ ਆਉਣ ਵਾਲੇ ਸਮੇਂ 'ਚ ਵਿਧਾਨ ਸੰਵਿਧਾਨ ਸਮੁੱਚੀ ਕਾਰਜਕਾਰਨੀ ਅਤੇ ਅਹੁਦੇਦਾਰੀ ਨਾਮਜ਼ਦ ਮੈਂਬਰਾਂ ਦੀ ਰਾਏ ਨਾਲ ਉਲੀਕਣ ਤੋਂ ਬਾਅਦ ਚੋਣ ਵੀ ਕਰਵਾਈ ਜਾਵੇਗੀ ਅਤੇ ਨਾਲ ਹੀ ਹਰ ਸਾਲ ਇੱਕ ਵੱਡਾ ਸਮਾਗਮ ਕਰਕੇ ਛੋਟੇ ਸਾਹਿਤਕਾਰਾਂ ਨੂੰ ਪੁਸਤਕਾਂ ਪ੍ਰਤੀ ਮੋਹ ਜਗਾਉਣ ਲਈ ਸਨਮਾਨਿਤ ਵੀ ਕੀਤਾ ਜਾਇਆ ਕਰੇਗਾ। ਉਹਨਾਂ ਕਿਹਾ ਕਿ ਪੁਸਤਕਾਂ ਤੇ ਗੋਸ਼ਟੀਆਂ ਸਮੇਤ ਹੋਰ ਸੈਮੀਨਾਰ ਕਰਵਾਉਣਾ ਵੀ ਇਸ ਅਕਾਦਮੀ ਦਾ ਹਿੱਸਾ ਹੋਵੇਗਾ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ WhatsApp ਤੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਾ ਗਰੁੱਪ ਸਥਾਪਿਤ ਕਰਕੇ ਆਸ-ਪਾਸ ਦੇ ਇਲਾਕੇ ਵਿੱਚੋਂ 52 ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਉਹਨਾਂ ਦੀ ਵਿਦਿਅਕ ਯੋਗਤਾ, ਸਾਹਿਤਕ ਯੋਗਤਾ ਅਤੇ ਪੁਸਤਕਾਂ ਛਪੀਆਂ ਦੀ ਗਿਣਤੀ ਨੂੰ ਮੈਰਿਟ ਬਣਾ ਕੇ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਪੰਨੀਵਾਲੀਆ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਕੋਈ ਵੀ ਸਾਹਿਤਕਾਰ ਆਉਣ ਵਾਲੇ ਸਮੇਂ ਵਿੱਚ ਇਸ ਅਕਾਦਮੀ ਨਾਲ ਜੁੜ ਕੇ ਗੁਰੂ ਕੀ ਕਾਸ਼ੀ ਦੀ ਇਸ ਧਰਤੀ ਤੇ ਹੋਰ ਸੁਗੰਧ ਫੈਲਾਉਣ ਲਈ ਉਦਮ ਕਰ ਸਕਦਾ ਹੈ। ਸਰਦਾਰ ਪੰਨੀਵਾਲੀਆ ਨੇ ਇਹ ਵੀ ਸੁਝਾਅ ਦਿੱਤਾ ਕਿ ਹਰੇਕ ਮੈਂਬਰ ਆਪਣਾ ਰਜਿਸਟ੍ਰੇਸ਼ਨ ਫੀਸ ਦੇ ਯੋਗਦਾਨ ਦਾ ਹਿੱਸਾ ਪਾਵੇ ਤਾਂ ਕਿ ਇਸ ਅਕਾਦਮੀ ਨਾਲ ਲੋਕਾਂ ਦੇ ਵਿੱਚ ਸਾਹਿਤ ਪ੍ਰਤੀ ਰੁਚੀਆਂ ਪੈਦਾ ਕੀਤੀਆਂ ਜਾ ਸਕਣ ਅਤੇ ਉੱਭਰਦੇ ਕਲਮਕਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸਾਹਿਤਕਾਰ ਪੱਤਰਕਾਰ ਸਾਥੀਓ, ਅਸੀਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਵੀਰਾਂ ਸਾਹਿਤਕਾਰਾਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੀ ਪੂਰਨ ਤੌਰ ਤੇ ਸਥਾਪਨਾ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸਿਹਤ, ਸਿੱਖਿਆ, ਸਾਹਿਤ, ਸੱਭਿਆਚਾਰ ਤੇ ਸਮਾਜ ਸੇਵਾ ਦੇ 5 ਸੱਸਿਆਂ ਨੂੰ ਸਮਰਪਿਤ ਸੰਸਥਾ ਗੋਬਿੰਦ ਆਰਗੇਨਾਈਜੇਸ਼ਨਸ ਆਫ ਅਰਬਨ ਐਂਡ ਰੂਰਲ ਐਕਟੀਵਿਟੀਜ਼ ਵੈਲਫੇਅਰ ਸੁਸਾਇਟੀ ਰਜਿਸਟਰਡ ਦਮਦਮਾ ਸਾਹਿਬ ਦੀ ਸਥਾਪਨਾ ਸਰਟੀਫਿਕੇਟ ਆਫ ਸੁਸਾਇਟੀਜ਼ ਐਕਟ 21 ਆਫ 1860 ਅਨੁਸਾਰ ਰਜਿਸਟਰਡ ਨੰਬਰ 043 ਆਫ 2004 ਨੂੰ ਮਿਤੀ 6 ਜੁਲਾਈ 2004 ਨੂੰ ਕੀਤੀ ਗਈ ਸੀ, ਜਿਸ ਦੀ ਸਾਹਿਤ ਮੱਧ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਸਭਾ ਰਜਿਸਟਰ ਤਲਵੰਡੀ ਸਾਬੋ ਹੋਂਦ ਵਿੱਚ ਆਈ ਸੀ, ਜਿਸ ਦਾ ਨੰਬਰ ਹੈ 527 ਆਫ 2006 ਮਿਤੀ 13 ਦਸੰਬਰ 2006 ਨੂੰ ਇਹ ਸੰਸਥਾ ਰਜਿਸਟਰਡ ਕਰਾਈ ਗਈ ਸੀ। ਇਸ ਤੋਂ ਇਲਾਵਾ ਗੋਰਾ ਪਬਲੀਕੇਸ਼ਨ ਦਮਦਮਾ ਸਾਹਿਬ ਪੁਸਤਕਾਂ ਪ੍ਰਕਾਸ਼ਨ ਦੇ ਤੌਰ ਤੇ ਕਾਰਜਸ਼ੀਲ ਹੈ। ਕਵਿਸ਼ਰੀ ਵਿਕਾਸ ਮੰਚ ਰਜਿਸਟਰ ਤਲਵੰਡੀ ਸਾਬੋ ਕੇਵਲ ਕਵਿਸ਼ਰੀ ਵਿਧਾ ਨੂੰ ਪ੍ਰਫੁੱਲਿਤ ਕਰਨ ਲਈ ਕਾਇਮ ਕੀਤਾ ਗਿਆ ਹੈ। ਗੋਬਿੰਦ ਆਰਗੇਨਾਈਜੇਸ਼ਨ ਰਜਿਸਟਰ ਦਮਦਮਾ ਸਾਹਿਬ ਜੋ ਕਿ 5 ਸੱਸਿਆਂ ਨੂੰ ਸਮਰਪਿਤ ਸਿਹਤ, ਸਿੱਖਿਆ, ਸਾਹਿਤ, ਸੱਭਿਆਚਾਰ ਤੇ ਸਮਾਜ ਸੇਵਾ ਦੇ 5 ਸੱਸਿਆਂ ਨੂੰ ਸਮਰਪਿਤ ਮੁੱਢ ਸੰਸਥਾ ਹੈ, ਦੀ ਸਾਹਿਤ ਮੱਧ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਵੀਰਾਂ ਸਾਹਿਤਕਾਰਾਂ, ਕਵੀਆਂ, ਲੇਖਕਾਂ, ਬੁੱਧੀਜੀਵੀਆਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ, ਜਿਸ ਦੀ ਕਿ ਫਾਰਮਲ ਸਥਾਪਨਾ ਪਿਛਲੇ 47 ਸਮਾਗਮਾਂ ਤੇ ਕਰ ਦਿੱਤੀ ਗਈ ਸੀ, ਹੁਣ ਮਿਤੀ 6 ਜੁਲਾਈ 2021 ਨੂੰ 47 ਤੇ ਮੁੱਖ ਅਹੁਦੇਦਾਰਾਂ ਦੀਆਂ ਨਾਮਜ਼ਦਗੀਆਂ ਕਵੀਆਂ, ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੂੰ ਮੈਂਬਰ ਬਣਾਉਂਦੇ ਹੋਇਆਂ 7 ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੀ ਪ੍ਰਵਾਨਗੀ ਨਾਲ ਸਥਾਪਤੀ ਸੰਗਠਨ ਕੀਤਾ ਜਾਂਦਾ ਹੈ, ਜਿਸ ਵਿੱਚ ਹਰੇਕ ਮੋਢੀ ਮੈਂਬਰ ਘੱਟੋ ਘੱਟ ਇੱਕ ਪੁਸਤਕ ਦਾ ਰਚੇਤਾ, ਸਾਹਿਤਕਾਰ ਜਾਂ ਅਖਬਾਰਾਂ ਰਸਾਲਿਆਂ ਵਿੱਚ ਸਾਹਿਤਕ ਤੌਰ ਤੇ ਛਾਪਦਾ ਆ ਰਿਹਾ ਲੇਖਕ ਹੀ ਸ਼ਾਮਲ ਕੀਤਾ ਗਿਆ ਹੈ। ਸਭਾਵਾਂ 'ਚੋਂ ਲਏ ਮੋਢੀ ਮੈਂਬਰ 52 ਹਨ, ਜਿਨ੍ਹਾਂ 'ਚੋਂ ਹੇਠ ਲਿਖੇ ਤਰੀਕੇ ਨਾਲ ਅਹੁਦੇਦਾਰਾਂ ਤੇ ਕਾਰਜਕਾਰਨੀ ਦੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸਾਡੀ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਮੈਰਿਟ ਅਨੁਸਾਰ ਥਾਪੇ ਗਏ ਜਨਰਲ ਸਕੱਤਰ ਭੁਪਿੰਦਰ ਪੰਨੀਵਾਲੀਆ ਜੀ, ਪ੍ਰਧਾਨ ਪੰਜਾਬੀ ਸਾਹਿਤ ਸਭਾ ਕਾਲਿਆਂਵਾਲੀ ਔਰ ਸੰਚਾਲਕ ਤਸਵੀਰ ਪ੍ਰਕਾਸ਼ਨ ਕਾਲਿਆਂਵਾਲੀ ਉਹ ਅਹੁਦੇਦਾਰਾਂ ਦੀ ਲਿਸਟ ਪੜ੍ਹਨਗੇ।
ਭੁਪਿੰਦਰ ਪੰਨੀਵਾਲੀਆ ਜੀ। ਸਵਰਗੀ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ, ਸਵਰਗੀ ਮੁੱਖ ਸਰਪ੍ਰਸਤ ਪ੍ਰੋਫੈਸਰ ਕਰਮ ਸਿੰਘ ਭੁੰਦੜ, ਸਰਪ੍ਰਸਤ ਗਿਆਨੀ ਕੌਰ ਸਿੰਘ ਕੋਠਾ ਗੁਰੂ, ਮੁੱਖ ਸਲਾਹਕਾਰ ਹਰਵਿੰਦਰ ਸਿੰਘ ਖਾਲਸਾ, ਪ੍ਰਧਾਨ ਹਰਗੋਬਿੰਦ ਸਿੰਘ ਸ਼ੇਖਪੁਰੀਆ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਪ੍ਰੀਤੀਮਾਨ, ਮੀਤ ਪ੍ਰਧਾਨ ਹਰਿਆਣਾ ਗੁਰਦਾਸ ਸਿੰਘ ਪਾਲਣਾ, ਮੀਤ ਪ੍ਰਧਾਨ ਵਿਦੇਸ਼ ਤਰਨਦੀਪ ਸਿੰਘ ਬਿਲਾਸਪੁਰ, ਮੀਤ ਪ੍ਰਧਾਨ ਮਾਸਟਰ ਭੁਪਿੰਦਰ ਸਿੰਘ ਮਾਨ, ਮੀਤ ਪ੍ਰਧਾਨ ਮਾਸਟਰ ਜਸਮੀਤ ਸਿੰਘ ਵਹਿਣੀਵਾਲ, ਮੀਤ ਪ੍ਰਧਾਨ ਪ੍ਰੋਫੈਸਰ ਸੁਸ਼ੀਲ ਕੁਮਾਰ, ਜਨਰਲ ਸਕੱਤਰ ਭੁਪਿੰਦਰ ਸਿੰਘ ਪੰਨੀਵਾਲੀਆ, ਸਕੱਤਰ ਦਰਸ਼ਨ ਸਿੰਘ ਭੰਮੇ, ਵਿੱਤ ਸਕੱਤਰ ਬਲਜਿੰਦਰ ਸਿੰਘ ਜੌੜਕੀਆਂ, ਕਾਨੂੰਨੀ ਸਲਾਹਕਾਰ ਸਤਵਿੰਦਰ ਸਿੰਘ ਧਨੋਆ, ਕਾਨੂੰਨੀ ਸਲਾਹਕਾਰ ਗੁਰਮੀਤ ਸਿੰਘ ਖਾਲਸਾ ਕਾਲਾਂਵਾਲੀ, ਸਲਾਹਕਾਰ ਪ੍ਰਿੰਸੀਪਲ ਜਗਦੇਵ ਸਿੰਘ ਸਿੱਧੂ, ਪ੍ਰਚਾਰ ਸਕੱਤਰ ਸੁਖਮੰਦਰ ਸਿੰਘ ਭਾਗੀਵੰਦਰ, ਐਡੀਟਰ ਸੁਦਰਸ਼ਨ ਗਰਗ, ਪ੍ਰੈਸ ਸਕੱਤਰ ਵਿਦੇਸ਼ ਮੰਗਤ ਕੁਲਜਿੰਦ, ਪ੍ਰੈਸ ਸਕੱਤਰ ਗੁਰਪ੍ਰੇਮ ਸਿੰਘ ਲਹਿਰੀ। ਤੇ ਇਸ ਤੋਂ ਬਾਅਦ ਕਾਰਜਕਾਰਨੀ ਮੈਂਬਰ ਹੈ ਪ੍ਰੋਫੈਸਰ ਗੁਰਜੀਤ ਸਿੰਘ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ, ਪ੍ਰੋਫੈਸਰ ਨਵ ਸੰਗੀਤ ਸਿੰਘ ਕਾਲਜ ਯੂਨੀਵਰਸਿਟੀ ਦਮਦਮਾ ਸਾਹਿਬ, ਡਾਕਟਰ ਬਲਵਿੰਦਰ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ, ਪ੍ਰੋਫੈਸਰ ਬਲਜੀਤਪਾਲ ਸਿੰਘ ਸਾਬਕਾ ਲੈਕਚਰਾਰ, ਡਾਕਟਰ ਸਿਕੰਦਰ ਸਿੰਘ ਸਿੱਧੂ ਲੈਕਚਰਾਰ, ਅਜੀਤਪਾਲ ਸਿੰਘ ਕਾਲਾਂਵਾਲੀ, ਜੀਤ ਸਿੰਘ ਚਹਿਲ, ਅਜਮੇਰ ਸਿੰਘ ਦੀਵਾਨਾ, ਗੁਰੀ ਆਦੀਵਾਲ, ਸਿਮਰਜੀਤ ਕੌਰ ਸਿਮਰ, ਸ਼ਿਵਨਾਥ ਦਰਦੀ, ਦਵਿੰਦਰ ਖੁਸ਼ ਢਾਲੀਵਾਲ, ਸੁਖਵੀਰ ਕੌਰ ਸਰਾਂ, ਗੁਰਜੀਤ ਸਿੰਘ ਜਟਾਣਾ ਮੈਨੇਜਰ, ਮਾਸਟਰ ਕਰਨੈਲ ਸਿੰਘ ਰਿਟਾਇਰਡ ਮੁੱਖ ਅਧਿਆਪਕ, ਸਿਕੰਦਰ ਚੰਦ ਭਾਣ, ਜਸਵੀਰ ਸਿੰਘ ਫੀਰਾ। ਹਾਂਜੀ, ਤੁਸੀਂ ਹੁਣ ਬੋਲ ਤੇ ਇਹਨਾਂ ਜਿਹੜੇ ਅਹੁਦੇਦਾਰ ਹੈਗੇ ਆ, ਇਹਨਾਂ ਨੂੰ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ। ਤੇ ਨਾਲ ਹੀ ਸ਼ੇਖਪੁਰੀਆ ਜੀ ਦੇ ਜਿਹੜਾ ਉੱਦਮ ਕੀਤਾ ਇਹਨਾਂ ਨੇ, ਉਹਨੂੰ ਮੈਂ ਸਲਾਮ ਕਰਦਾ, ਕਿਉਂਕਿ ਜੇਕਰ ਅੱਜ ਚੇਤਨਾ ਫੈਲਾਉਣੀ ਆ ਸੀ ਤਾਂ ਸਾਹਿਤ ਦਾ ਫੈਲਾਓ ਬਹੁਤ ਜ਼ਰੂਰੀ ਹੈ। ਇਸ ਵਾਸਤੇ ਸਾਰਾ ਇੱਕ ਬਹੁਤ ਵੱਡਾ ਉੱਦਮ ਹੈ। ਇੱਕ ਸਾਹਿਤ ਸਭਾ ਜਾਂ ਇੱਕ ਛੋਟੀ ਸੰਸਥਾ ਚਲਾਉਣੀ ਤਾਂ ਬਹੁਤ ਸੌਖਾ ਕੰਮ ਹੈ, ਪਰ ਅਕਾਦਮੀ ਬਣਾ ਕੇ ਉਹਨੂੰ ਚਲਾਉਣਾ ਅਤੇ ਅਕਾਦਮਿਕ ਕੰਮ ਕਰਨੇ, ਇਹ ਇੱਕ ਬਹੁਤ ਵੱਡਾ ਅਤੇ ਚੁਣੌਤੀਪੂਰਨ ਕੰਮ ਹੈ। ਪਰ ਸ਼ੇਖਪੁਰੀਆ ਜੀ ਨੇ ਜੇ ਉੱਦਮ ਕੀਤਾ ਹੈ ਤਾਂ ਔਖਾ ਵੀ ਨਹੀਂ ਹੁੰਦਾ। ਇਹ ਜੇ ਸਾਰੀ ਟੀਮ ਲੱਗ ਕੇ ਇਹਨਾਂ ਨਾਲ ਕੰਮ ਕਰੂਗੀ ਤਾਂ ਇਹ ਕੋਈ ਬੜਾ ਵੱਡਾ ਕੰਮ ਨਹੀਂ, ਕਿਉਂਕਿ ਦੂਜੀਆਂ ਜਿਹੜੀਆਂ ਹੈਗੀਆਂ ਸੰਸਥਾਵਾਂ, ਜਿਵੇਂ ਆਪਣੀ ਸਾਹਿਤ ਅਕੈਡਮੀ ਲੁਧਿਆਣਾ ਹੈਗੀ ਆ ਜਾਂ ਹੋਰ ਅਕੈਡਮੀਆਂ ਚੱਲਦੀਆਂ, ਉਹਨਾਂ ਨੂੰ ਵੀ ਸਰਕਾਰੀ ਤੌਰ 'ਤੇ ਕੋਈ ਮਾਲੀ ਮਦਦ ਨਹੀਂ ਦਿੱਤੀ ਜਾਂਦੀ, ਪਰ ਜਿਹੜੇ ਵਿਦੇਸ਼ਾਂ 'ਚ ਜੁੜੇ ਹੋਏ ਸਾਹਿਤਕਾਰ ਹੈ ਜਾਂ ਹੋਰ ਹੈਗੇ, ਜਾਂ ਮੰਨ ਲਓ ਇਹਨਾਂ ਨੇ ਹੁਣ ਮੰਨ ਲਓ ਜਿੰਨੇ ਵੀ ਮੈਂਬਰ ਬਣਾਏ ਆ, ਉਹਨਾਂ ਦਾ ਇੱਕ ਮੰਨ ਲਓ ਉਹਨਾਂ ਵਾਸਤੇ ਇੱਕ ਫੀਸ ਨਿਰਧਾਰਿਤ ਕੀਤੀ ਜਾਵੇ ਵੀ ਇੰਨੇ ਪੈਸੇ ਅਸੀਂ ਉਹਨਾਂ ਤੋਂ ਲੈਣੇ ਆ। ਅਤੇ ਇਸ ਦੇ ਨਾਲ ਹੀ ਹੋਰ ਵੀ ਜਿਹੜੀਆਂ ਹੈਗੀਆਂ ਸੰਸਥਾਵਾਂ ਜਿਹੜੀਆਂ ਕਿ ਸਾਹਿਤ 'ਚ ਰੁਚੀ ਰੱਖਦੀਆਂ ਜਾਂ ਸਾਹਿਤ ਦੇ ਫੈਲਾਓ ਵਾਸਤੇ ਕੰਮ ਕਰਨਾ ਚਾਹੁੰਦੀਆਂ, ਉਹਨਾਂ ਨਾਲ ਵੀ ਤਾਲਮੇਲ ਕਰਕੇ ਉਹਨਾਂ ਦੀ ਵੀ ਮਦਦ ਲਈ ਜਾ ਸਕਦੀ ਹੈ। ਅਤੇ ਜਿਹੜੇ ਅਕਾਦਮਿਕ ਕੰਮ ਕਰਨੇ ਸ਼ੁਰੂ ਕਰਨੇ ਆ ਅਤੇ ਉਹਨਾਂ ਬਾਰੇ ਵੀ ਵੱਡੇ ਪੱਧਰ 'ਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਜਿੰਨੇ ਲੋਕਲ ਸਾਹਿਤਕਾਰ ਹੈ ਜਾਂ ਹੋਰ ਸੰਸਥਾਵਾਂ ਹੈਗੀਆਂ ਆਪਣੀਆਂ ਖੇਤਰ ਦੀਆਂ, ਜਾਂ ਰਾਜਨੀਤਿਕ ਲੋਕ ਹੈ ਜਾਂ ਧਾਰਮਿਕ ਲੋਕ ਹੈ, ਉਹਨਾਂ ਨੂੰ ਵੀ ਇਸ ਜਿਹੜੀ ਹੈਗੀ ਆ ਸੰਸਥਾ ਨਾਲ ਜੋੜਨਾ ਚਾਹੀਦਾ ਹੈ। ਜਿਵੇਂ ਸ਼ੇਖਪੁਰੀਆ ਜੀ ਕਹਿੰਦੇ ਵੀ ਇੱਕ ਕਿਤਾਬ ਜਿਹੜੀ ਛਪੀ ਹੋਣੀ ਚਾਹੀਦੀ ਹੈ ਸਾਹਿਤਕਾਰ ਦੀ, ਚਲੋ ਲੁਧਿਆਣਾ ਵਾਲੀ ਅਕੈਡਮੀ ਦਾ ਵੀ ਇਹੀ ਜਿਹੜਾ ਹੈਗਾ ਆਪਣੇ ਵਿਧਾਨ 'ਚ ਸ਼ਰਤ ਰੱਖੀ ਹੋਈ ਹੈ ਉਹਨਾਂ ਨੇ ਵੀ, ਅਤੇ ਹੋਰ ਜਿਹੜੀਆਂ ਅਕੈਡਮੀਆਂ ਉਹ ਆਪਦੇ ਮੈਂਬਰ ਬਣਾਉਂਦੀਆਂ, ਉਹਨਾਂ ਦੇ ਵੀ ਇਹੀ ਸ਼ਰਤ ਹੁੰਦੀ ਹੈ। ਜਿਹੜੇ ਪੱਤਰਕਾਰ ਹੈ, ਜੇ ਉਹ ਆਪਦਾ ਅਥਾਰਟੀ ਲੈਟਰ ਦੇਣ ਪੰਜਾਬੀ ਪੱਤਰਕਾਰੀ ਵਾਸਤੇ ਕੰਮ ਕਰਦੇ ਜਿਹੜੇ, ਤਾਂ ਉਹਨਾਂ ਨੂੰ ਵੀ ਮੈਂਬਰ ਲਿਆ ਜਾਣਾ ਚਾਹੀਦਾ ਹੈ। ਮੇਰਾ ਇਹ ਸੁਝਾਅ ਹੈ ਇਹਨਾਂ ਨੂੰ ਕਿ ਉਹਨਾਂ ਦੀ ਕੋਈ ਰਚਨਾ ਛਪੀ ਹੈ ਜਾਂ ਨਹੀਂ ਛਪੀ, ਉਹਦਾ ਨਾਲ ਕੋਈ ਮਤਲਬ ਨਹੀਂ, ਕਿਉਂਕਿ ਜਿਹੜਾ ਪੱਤਰਕਾਰ ਕੋਈ ਵੀ ਕੰਮ ਕਰਦਾ ਉਹ ਭਾਸ਼ਾ ਨਾਲ ਸਭ ਤੋਂ ਨੇੜੇ ਹੁੰਦਾ, ਉਹ ਰੋਜ਼ ਜੁੜਦਾ ਹੈ ਭਾਸ਼ਾ ਨਾਲ। ਜਾਂ ਚੈਨਲਾਂ ਦੇ ਪੱਤਰਕਾਰ ਵੀ ਆ, ਉਹ ਵੀ ਮਤਲਬ ਉਹਨਾਂ ਦਾ ਵੀ ਜਿਹੜਾ ਹੈਗਾ
ਇਹਦੇ ਵਿੱਚ ਅਸੀਂ ਉਹਨਾਂ ਨੂੰ ਵੀ ਮੈਂਬਰ ਲੈ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ, ਕਿਉਂਕਿ ਉਹਨਾਂ ਦਾ ਵੀ ਭਾਸ਼ਾ ਨਾਲ ਜਾਂ ਉਸ ਨਾਲ ਰੋਜ਼ ਦਾ ਹੀ ਵਾਹ ਵਾਸਤਾ ਹੁੰਦਾ ਹੈਗਾ। ਅਤੇ ਬਾਕੀ ਜਿਹੜਾ ਹੈਗਾ ਵਿਚਾਰ ਵਟਾਂਦਰੇ ਤੋਂ ਬਾਅਦ ਇਸ 'ਤੇ ਜਿਹੜਾ ਹੈਗਾ ਗੌਰ ਕੀਤੀ ਜਾਊਗੀ। ਅਤੇ ਇਹਦੇ ਨਾਲ ਹੀ ਮੈਂ ਇਹ ਵੀ ਸੁਝਾਅ ਦਿੰਦਾ ਵੀ ਇਹਦੇ ਵੱਲੋਂ ਜਿਹੜਾ ਹੈਗਾ ਨਾ ਵੀ ਹਰ ਸਾਲ ਜਿਹੜੀ ਹੈਗੀ ਆ ਇੱਕ ਜਾਂ ਦੋ ਕਿਤਾਬਾਂ, ਇੱਕ ਵਾਰਤਕ ਦੀ ਅਤੇ ਇੱਕ ਜਿਹੜੀ ਹੈਗੀ ਆ ਕਵਿਤਾ ਦੀ, ਉਹ ਅਕੈਡਮੀ ਵੱਲੋਂ ਛਾਪੀਆਂ ਜਾਣ। ਉਹਦੇ ਵਾਸਤੇ ਅਸੀਂ ਆਪਦੇ ਨਿੱਜੀ ਤੌਰ 'ਤੇ ਫੰਡ ਕਰੀਏ, ਨਾ ਕਿ ਕਿਸੇ ਅਸੀਂ ਜਿਹੜੇ ਜਿਨ੍ਹਾਂ ਦੀਆਂ ਰਚਨਾਵਾਂ ਉਹਨਾਂ ਨੂੰ ਕਹੀਏ ਵੀ ਯਾਰ ਸਾਨੂੰ ਤੁਸੀਂ ਪੈਸੇ ਦਿਓ, ਫਿਰ ਨਹੀਂ ਕਰਨਾ। ਅਸੀਂ ਮੈਂ ਕਹਿਣਾ ਵੀ ਹਰ ਸਾਲ ਚਾਹੇ ਅਸੀਂ ਕਿਤੋਂ ਵੀ ਫੰਡ ਲਿਆਈਏ, ਕਿਵੇਂ ਵੀ ਕਰੀਏ, 2 ਕਿਤਾਬਾਂ ਅਸੀਂ ਹਰ ਸਾਲ ਜ਼ਰੂਰ ਛਾਪਿਆ ਕਰਾਂਗੇ, ਇੱਕ ਵਾਰਤਕ ਦੀ, ਇੱਕ ਕਵਿਤਾ ਦੀ। ਬਹੁਤ ਧੰਨਵਾਦ ਭੁਪਿੰਦਰ ਜੀ ਦਾ। ਅਤੇ ਮੈਂ ਇਹਨਾਂ ਦੀ ਗੱਲ ਤੋਂ ਅੱਗੇ ਇਹਨੂੰ ਪ੍ਰੋੜਤਾ ਕਰਦਿਆਂ ਕਿ ਪੱਤਰਕਾਰਾਂ ਦੇ ਵਿੱਚੋਂ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਜਿਨ੍ਹਾਂ ਦੀ ਇੱਕ ਇੱਕ ਪੁਸਤਕ ਵੀ ਛਪੀ ਹੈ, ਉਹਨਾਂ ਨੂੰ ਵੀ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪਰ ਇਹ ਨਹੀਂ ਕਿ ਕਿਸੇ ਨੂੰ ਵੀ ਛੱਡਿਆ ਗਿਆ ਹੋਵੇ ਜਿਹੜਾ ਗੁਰੂ ਕਾਸ਼ੀ ਸਾਹਿਤ ਅਕੈਡਮੀ ਦੇ ਗਰੁੱਪ 'ਚ ਜੋੜ ਲਿਆ ਗਿਆ ਹੋਵੇ, ਜਾਂ ਜਿਹਨੂੰ ਅਸੀਂ ਕਹਿਤਾ ਕਿ ਆਪਦੀ ਉਹ ਨਿੱਜੀ ਅਤੇ ਮੁੱਢਲੀ ਜਾਣਕਾਰੀ ਜਿਹੜੀ ਹੈ ਯੋਗਤਾ ਦੀ ਸਾਹਿਤਕ ਜਾਂ ਕੋਈ ਵੀ, ਉਹ ਕਈ ਸਾਥੀਆਂ ਦੀ ਉਹ ਨਹੀਂ ਆਈ ਸੀ। ਇਸ ਲਈ ਸਾਨੂੰ ਉਹਦੇ 'ਚ ਦਿੱਕਤ ਆਉਂਦੀ ਸੀ, ਕਿਸੇ ਦੀ ਉਮਰ ਲਿਖਣ 'ਚ, ਕਿਸੇ ਦੀ ਯੋਗਤਾ ਲਿਖਣ 'ਚ, ਕਿਸੇ ਦੀ ਕੋਈ ਕਿਤਾਬ ਮੈਨੂੰ ਇਹ ਨਹੀਂ ਸੀ ਪਤਾ ਕਿ ਇੱਕ ਛਪੀ ਹੈ ਕਿ 2 ਛਪੀਆਂ, ਮੈਂ ਇੱਕ ਲਿਖਦਿਆਂ ਅਤੇ ਅਗਲੇ ਦੀਆਂ 2 ਛਪੀਆਂ ਹੋਣ। ਤਾਂ ਇਹ ਸਾਰੀ ਗੱਲ ਹੁਣ ਦਰਸ਼ਨ ਭੰਮੇ ਜੀ ਤੁਹਾਨੂੰ ਇਹ ਲਿਸਟ ਵੀ ਪੜ੍ਹਨਗੇ ਜਿਹੜੇ ਹੋਰ ਮੈਂਬਰ ਇਹਦੇ ਵਿੱਚ ਨਾਲ ਹੀ ਨਾਲ ਨਾਮਜ਼ਦ ਕੀਤੇ ਨੇ। ਔਰ ਜਿਹੜੀ ਅਸੀਂ ਕਾਰਜਕਾਰਨੀ ਦੀ ਸਿਲੈਕਸ਼ਨ ਕੀਤੀ ਹੈ, ਉਹ ਤਾਂ ਬਹੁਤ ਹੀ ਇੱਕ ਤੀਰ ਨਾਲ 5 ਨਿਸ਼ਾਨੇ ਮਾਰੇ ਗਏ ਨੇ ਕਿ ਜਿਵੇਂ ਗੁਰੂ ਕਾਸ਼ੀ ਯੂਨੀਵਰਸਿਟੀ 'ਚੋਂ ਬੰਦਾ ਲਿਆ ਗਿਆ, ਉਸ ਦੀ ਪੁਸਤਕ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਨ ਲਈ ਲੱਗੀ ਹੈ। ਇਵੇਂ ਅਕਾਲ ਯੂਨੀਵਰਸਿਟੀ ਦੇ ਮਾਰਫਤ ਬੰਦਾ ਲਿਆ ਗਿਆ, ਇਵੇਂ ਪੰਜਾਬੀ ਯੂਨੀਵਰਸਿਟੀ ਕੈਂਪਸ 'ਚੋਂ ਪ੍ਰੋਫੈਸਰ ਸੁਸ਼ੀਲ ਕੁਮਾਰ ਜੀ ਨੂੰ ਲਿਆ ਗਿਆ। ਇਸ ਤਰ੍ਹਾਂ ਇਹ ਨਹੀਂ ਹੈ ਕਿ ਕਿਸੇ ਬੰਦੇ ਦਾ ਵਿਅਕਤੀ ਵਿਸ਼ੇਸ਼ ਇੱਕ ਗੁਣ ਦੇਖਿਆ ਗਿਆ, ਉਸ ਨਾਲ 5 ਨਿਸ਼ਾਨੇ ਗੁਰੂ ਕਾਸ਼ੀ ਸਾਹਿਤ ਅਕੈਡਮੀ ਦੇ ਪੂਰਨ ਹੁੰਦੇ ਵੀ ਅਸੀਂ ਪੂਰੇ ਕੀਤੇ ਨੇ, ਮਤਲਬ ਕਿ 5 ਪਾਸਿਆਂ ਤੋਂ ਪੂਰਨ ਹੋ ਜੇ ਉਹ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਸਾਡੇ ਕੋਲ ਹੀ ਬੈਠੇ ਨੇ ਜਗਦੀਪ ਗਿੱਲ ਜੀ, ਇਹਨਾਂ ਦੀ ਦਾਣੇ ਮੁੱਕਦੇ ਜਾਂਦੇ ਆ, ਇੱਕ ਪੁਸਤਕ ਹੈ ਅਤੇ ਇਹ ਪੱਤਰਕਾਰਤਾ ਦੇ ਵਿੱਚ ਗੁਰਪ੍ਰੇਮ ਲਹਿਰੀ ਦੇ ਨਾਲ ਬਕਾਇਦਾ ਪੱਤਰਕਾਰ ਲਏ ਗਏ ਨੇ। ਅਤੇ ਉਹ ਦਰਸ਼ਨ ਭੰਮੇ ਜੀ ਸਕੱਤਰ ਗੁਰੂ ਕਾਸ਼ੀ ਸਾਹਿਤ ਅਕੈਡਮੀ ਦਮਦਮਾ ਸਾਹਿਬ ਇਹ ਲਿਸਟ ਮੈਂਬਰਾਂ ਦੀ ਪੜ੍ਹ ਦੇਣ, ਅਤੇ ਦੂਜੀ ਗੱਲ ਫਿਰ ਅਸੀਂ ਕਨਕਲੂਡ ਕਰ ਦਿਆਂਗੇ। ਪ੍ਰੋਫੈਸਰ ਵੀਰਵਾਰ ਕੌਰ ਜੀ, ਬਹੁਤ ਹੀ ਸਤਿਕਾਰਯੋਗ ਜਗਦੀਪ ਗਿੱਲ ਜੀ, ਸੁਰਿੰਦਰਪਾਲ ਸਾਥੀ ਜੀ, ਗੁਰਜੰਟ ਸੋਹਲ ਜੀ, ਜਸਵੀਰ ਸਿੱਧੂ ਜੀ, ਜਗਤਾਰ ਕਾਲਿਆਂਵਾਲੀ, ਪ੍ਰੀਤ ਕੈਥ, ਨਿਰਮਲ ਵਿਗਿਆਨੀ, ਮਤਵਾਲਾ ਸਿੰਘ, ਗੁਰਮਿਤ ਨੌਰਿੰਗ, ਕਮਰਜੀਤ ਸਿੰਘ, ਕੁਲਦੀਪ ਸਿੰਘ ਦੀਪ, ਸੁਖਦੀਪ ਸਿੰਘ ਰਾਏਪੁਰ, ਗੁਰਨੀਤ ਕੌਰ ਬਰਾੜ, ਰਾਜੂ ਜਾਲਪ, ਸੋਨਮ ਕੱਲਰ, ਸੁਖ ਘੁੰਮਣ, ਹਰਿੰਦਰ ਕੌਰ ਸ਼ੇਖਪੁਰਾ, ਇਹ ਸਾਰੇ ਜਿਹੜੇ ਨੇ ਸਾਡੇ ਇਸ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਮੈਂਬਰ ਨੇ। ਅਤੇ ਇਹਨਾਂ ਤੋਂ ਸਾਰਿਆਂ ਤੋਂ ਹੀ ਆਸ ਕੀਤੀ ਜਾਂਦੀ ਹੈ ਕਿ ਇਹ ਸਾਡੇ ਨਾਲ ਮੋਢਾ ਜੋੜ ਕੇ ਅਸੀਂ ਜੋ ਸਾਡਾ ਅਸੀਂ ਨਿਸ਼ਾਨਾ ਲੈ ਕੇ ਚੱਲੇ ਹਾਂ ਉਸ ਨੂੰ ਪੁਰ ਕਰਨ ਲਈ ਸਾਡੇ ਨਾਲ ਸਾਥ ਦੇਣਗੇ। ਤੋ ਸਾਹਿਤ ਅਕਾਦਮੀ ਦੀਆਂ ਜਿੱਥੇ ਬਹੁਤ ਸਾਰੀਆਂ ਜਿਹੜੇ ਮਦ ਨੇ, ਜਿਹੜੇ ਨਿਸ਼ਾਨੇ ਨੇ, ਉਹ ਅਸੀਂ ਫਿਕਸ ਕੀਤੇ ਆ। ਉਹਦੇ ਵਿੱਚ ਮੈਂ ਥੋੜ੍ਹੀ ਜਿਹੀ ਗੱਲ ਹੋਰ ਕਰਨੀ ਚਾਹਾਂਗਾ ਕਿ ਸਾਹਿਤ ਅਕਾਦਮੀ ਹੈ ਜੋ ਅਸੀਂ ਸਥਾਪਿਤ ਕਰਨ ਕੀਤੀ ਹੈ ਅੱਜ, ਉਹਦਾ ਇੱਕ ਮਨੋਰਥ ਇਹ ਵੀ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਕੂਲਾਂ ਦੇ ਵਿੱਚ ਵੀ ਇੱਕ ਟੀਮ ਬਣਾ ਕੇ ਅਸੀਂ ਜਾਵਾਂਗੇ ਅਤੇ ਉੱਥੋਂ ਜਿਹੜੀਆਂ ਨਵੀਆਂ ਕਲਮਾਂ ਉੱਭਰਦੇ ਜਿਹੜੇ ਲਿਖਾਰੀ ਨੇ ਉੱਥੇ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਪਤਾ ਲੱਗ ਜੇ ਕਵਿਤਾ ਕੀ ਰਚਨੀ ਆ, ਕਹਾਣੀ ਕੀ ਹੁੰਦੀ ਹੈ, ਵਾਰਤਕ ਵਿੱਚ ਕਿਵੇਂ ਲਿਖਣਾ ਗਾ, ਛੰਦਾਬੰਦੀ ਕਿਹਨੂੰ ਕਹਿੰਦੇ ਨੇ, ਜਿਹੜੀਆਂ ਸਾਡੀਆਂ ਵਿਧਾਵਾਂ ਸਾਥੋਂ ਵਿਸਰਦੀਆਂ ਜਾਂਦੀਆਂ ਨੇ, ਉਹਨਾਂ ਨੂੰ ਪ੍ਰਮੋਟ ਕਰਨ ਦਾ ਵੱਡਾ ਜਿਹੜਾ ਸਟੇਜ ਹੈ ਮੈਂ ਸਮਝਦਾ ਉਹ ਇੱਕ ਸਕੂਲ ਹੈ। ਸਕੂਲ ਇੱਕ ਬਹੁਤ ਵੱਡਾ ਸਟੇਜ ਸਾਨੂੰ ਮਿਲਦਾ ਹੈਗਾ, ਉਹਦੇ ਉੱਤੇ ਜਾ ਕੇ ਬੱਚਿਆਂ ਨਾਲ ਗੱਲਾਂ ਸਾਂਝੀਆਂ ਕੀਤੀ ਜਾਂਦੀਆਂ। ਅਤੇ ਮੈਂ ਪ੍ਰਧਾਨ ਜੀ ਨੂੰ ਹਰਗੋਬਿੰਦ ਸ਼ੇਖਪੁਰੀਆ ਸਾਹਿਬ ਨੂੰ ਅਤੇ ਜਨਰਲ ਸਕੱਤਰ ਪੰਨੀਆਵਾਲੀ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਇਹੋ ਜਿਹੀ ਮਦਦ ਵੀ ਅਸੀਂ ਇਸ ਸਾਹਿਤ ਅਕਾਦਮੀ ਵਿੱਚ ਇੰਟਰ ਕਰਾਂਗੇ ਕਿ ਅਸੀਂ ਸਕੂਲਾਂ ਵਿੱਚ ਇੱਕ ਟੀਮ ਬਣਾ ਕੇ ਜਾਵਾਂਗੇ, ਉਹਨਾਂ ਤੋਂ ਬਕਾਇਦਾ ਟਾਈਮ ਲੈ ਕੇ ਬੱਚਿਆਂ ਦੇ ਵਿੱਚ ਅਸੀਂ ਇਹ ਚੇਤਨਾ ਪੈਦਾ ਕਰਾਂਗੇ, ਉਹਨਾਂ ਦਾ ਇੰਟਰਸਟ ਬਣਾਵਾਂਗੇ ਕਿ ਕਿਵੇਂ ਲਿਖਾਰੀ ਬਣੀਦਾ, ਕਿਵੇਂ ਗੱਲਾਂ ਕਰੀਦੀਆਂ, ਕਿਵੇਂ ਸ਼ਿਸ਼ਟਾਚਾਰ ਦੇ ਵਿੱਚ ਰਹਿਣਾ ਹੈ। ਇਹ ਸਾਹਿਤ ਅਕਾਦਮੀ ਦਾ ਇੱਕ ਵੱਖਰਾ ਪੁਸ਼ ਹੈ ਅਤੇ ਸਾਰੇ ਮੈਂਬਰਾਂ ਦੀ ਇਹੀ ਸੋਚ ਹੈ ਕਿ ਸਾਹਿਤ ਅਕਾਦਮੀਆਂ ਜਿਹੜੀਆਂ ਪਹਿਲਾਂ ਕੰਮ ਕਰ ਰਹੀਆਂ ਨੇ, ਇਹ ਬਣਾਉਣ ਦਾ
ਇਹੀ ਨਿਸ਼ਾਨਾ ਕਿ ਉਹਨਾਂ ਨਾਲੋਂ ਹਟ ਕੇ ਥੋੜ੍ਹਾ ਜਿਹਾ ਉਹ ਕੰਮ ਕੀਤਾ ਜਾਵੇ ਜਿਹੜਾ ਉਹ ਹਜੇ ਫਿਲਹਾਲ ਨਹੀਂ ਕਰ ਰਹੇ। ਸੋ ਇਹ ਆਸ ਨਾਲ ਅਸੀਂ ਇਹ ਅਕਾਦਮੀ ਬਣਾਈ ਹੈ ਕਿ ਸਾਹਿਤ ਦੀ, ਪੰਜਾਬੀ ਮਾਂ ਬੋਲੀ ਦੀ ਅਤੇ ਬੱਚਿਆਂ ਵਿੱਚ ਗਾਇਬ ਹੋ ਰਹੇ ਸ਼ਿਸ਼ਟਾਚਾਰ ਨੂੰ ਪੈਦਾ ਕਰਨ ਲਈ ਅਸੀਂ ਹੰਬੜਾ ਮਾਰਾਂਗੇ। ਅਤੇ ਸਾਰੇ ਮੈਂਬਰਾਂ ਦਾ ਅਤੇ ਚੁਣੀ ਗਈ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਵੇਰਵੇ ਨਾਲ ਇਹ ਗੱਲ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ ਕਿ ਇਹ ਜੋ ਵੀ ਪਹਿਲਾਂ ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਹੈ, ਪੰਜਾਬੀ ਸਾਹਿਤ ਸਭਾ ਕਾਲਿਆਂ ਵਾਲੀ ਹੈ, ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਹੈ, ਪੰਜਾਬੀ ਸਾਹਿਤ ਸਭਾ ਬਠਿੰਡਾ ਹੈ, ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ ਹੈ, ਮਾਲਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਹੈ, ਜਾਂ ਇਸ ਤਰ੍ਹਾਂ ਦੀਆਂ ਤਮਾਮ ਜਿਹੜੀਆਂ ਪਹਿਲਾਂ ਰਜਿਸਟਰਡ ਸਭਾਵਾਂ ਹਨ, ਇਹ ਉਹਨਾਂ ਵਿੱਚੋਂ ਹੀ ਜਿਨ੍ਹਾਂ ਦੀਆਂ ਇੱਕ ਜਾਂ ਇੱਕ ਤੋਂ ਵੱਧ ਕਿਤਾਬਾਂ ਛਪੀਆਂ, ਉਹਨਾਂ ਦੇ ਵਿੱਚੋਂ 94 ਬੰਦਿਆਂ ਨੂੰ ਹਜੇ ਫਿਲਹਾਲ ਇਸ ਦੀ ਮੁੱਢਲੀ ਜਿਹੜੀ ਛੱਤ ਪਈ ਹੈ ਉਹਦੇ 'ਚ 52 ਥੰਮਾਂ ਦਾ ਸਹਾਰਾ ਦੇ ਕੇ ਉਹ ਛੱਤ ਪਾਈ ਗਈ ਹੈ। ਇਹਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਹੋਰ ਲੋਕ, ਇਹ ਸਾਰੇ ਜਿੰਨੇ ਮੈਂਬਰ ਹੈ ਕਾਰਜਸ਼ੀਲ ਹੋ ਕੇ ਆਪਣੇ ਨਾਲ ਦੇ ਸਾਥੀਆਂ ਨੂੰ, ਆਪਣੇ ਬੰਦਿਆਂ ਨੂੰ ਪ੍ਰੋਪਰ ਵਿਧੀਵਤ ਤੌਰ ਤੇ ਆਉਂਦੇ ਸਮੇਂ ਲਈ ਜੋੜਦੇ ਰਹਿਣਗੇ। ਔਰ ਇਹ ਸੈਂਕੜੇ ਨਹੀਂ, ਇਹ ਹਜ਼ਾਰਾਂ ਇਸ ਦੇ ਮੈਂਬਰ ਬਣ ਜਾਣਗੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ। ਭੁਪਿੰਦਰ ਜੀ ਦੀ ਗੱਲ ਨੂੰ ਵੱਡੀ ਕਰਦਿਆਂ ਮੈਂ ਇਹ ਕਹਿਣਾ ਚਾਹੁੰਦਾ ਕਿ ਵਿਦੇਸ਼ਾਂ ਦੇ ਵਿੱਚੋਂ ਜਿੱਥੇ ਤਰਨਦੀਪ ਬਿਲਾਸਪੁਰ ਜੀ ਨੂੰ ਵਿਦੇਸ਼ ਦਾ ਮੀਤ ਪ੍ਰਧਾਨ ਥਾਪਿਆ ਜਾ ਚੁੱਕਿਆ ਹੈ, ਉਹਨਾਂ ਦੀ ਸਹਿਮਤੀ ਆ ਗਈ ਹੈ। ਇਵੇਂ ਜਿਵੇਂ ਮੰਗਤ ਕੁਲਜਿੰਦ ਜੀ ਅਮਰੀਕਾ ਤੋਂ ਜਿਹੜੇ ਸਾਡੇ ਸ਼ਬਦ ਤ੍ਰਿੰਜਣ ਦੇ ਸੰਪਾਦਕ ਹੈ, ਉਹ ਮਤਲਬ ਵਿਦੇਸ਼ ਪ੍ਰਚਾਰ ਪ੍ਰੈਸ ਸਕੱਤਰ ਥਾਪੇ ਜਾ ਚੁੱਕੇ ਨੇ, ਉਹ ਅਮਰੀਕਾ ਨੇ। ਇਵੇਂ ਜਿਵੇਂ ਡਾਕਟਰ ਸੁਰਿੰਦਰ ਸਿੰਘ ਜੀ ਮਤਲਬ ਉਹ ਅਮਰੀਕਾ ਤੋਂ, ਉਹਨਾਂ ਦੇ ਮਿਸਿਜ ਰਜਿੰਦਰ ਕੌਰ, ਉਹਨਾਂ ਦੀ ਸਹਿਮਤੀ ਮੈਂ ਲੈ ਰਿਹਾਗਾ। ਜਿੰਨਾ ਚਿਰ ਕਿਸੇ ਦੀ ਸਹਿਮਤੀ ਨਹੀਂ ਆਵੇਗੀ ਅਸੀਂ ਨਹੀਂ ਉਸ ਨੂੰ ਐਡ ਕਰ ਸਕਦੇ, ਪਰ ਉਹਨਾਂ ਦੀ ਬਹੁਤ ਛੇਤੀ ਸਹਿਮਤੀ ਆ ਰਹੀ ਹੈ। ਅਸੀਂ ਅਮਰੀਕਾ 'ਚ ਉਹਨਾਂ ਲੋਕਾਂ ਨੂੰ ਐਸੋਸੀਏਟ ਮੈਂਬਰ ਬਣਾ ਰਹੇ ਹਾਂ। ਇਵੇਂ ਜਿਵੇਂ ਆਸਟ੍ਰੇਲੀਆ ਤੋਂ ਭੁਪਿੰਦਰ ਪੰਨੀਵਾਲੀਆ ਜੀ ਦੀ ਡਿਊਟੀ ਲੱਗੀ ਹੈ, ਔਰ ਇਹ ਅੱਜ ਹੀ ਸ਼ਾਇਦ ਉੱਥੋਂ ਦੇ ਲੋਕਾਂ ਨਾਲ ਸੰਪਰਕ ਕਰਕੇ ਆਸਟ੍ਰੇਲੀਆ ਤੋਂ ਉਹਨਾਂ ਮੈਂਬਰਾਂ ਨੂੰ ਐਸੋਸੀਏਟ ਮੈਂਬਰ ਅਸੀਂ ਨਾਮਜ਼ਦ ਕਰਨ ਜਾ ਰਹੇ ਹਾਂ। ਔਰ ਇਵੇਂ ਜਿਵੇਂ ਇਟਲੀ ਤੋਂ, ਜਾਪਾਨ ਤੋਂ, ਵੱਖ-ਵੱਖ ਥਾਂ ਜਿੱਥੇ ਕਿਤੇ ਵੀ ਤੁਹਾਡਾ, ਮੇਰੇ ਵੀਰਾਂ ਦਾ, ਸਾਹਿਤਕਾਰਾਂ ਦਾ, ਪੱਤਰਕਾਰਾਂ ਦਾ ਜਿੱਥੇ ਕੋਈ ਲਿੰਕ ਹੈ, ਉਹਨਾਂ ਲੋਕਾਂ ਨੂੰ ਜੋੜਨ ਦਾ ਸੁਭਾਗ ਪ੍ਰਾਪਤ ਤੁਸੀਂ ਕਰੋ। ਇਹ ਚੀਜ਼ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ। ਅਤੇ ਮੈਂ 1 ਮਿੰਟ ਲਈ ਸਾਡੇ ਪ੍ਰਚਾਰ ਸਕੱਤਰ ਸੁਖਮੰਦਰ ਸਿੰਘ ਜੀ ਭਾਗੀ ਬਾਂਦਰ ਨੂੰ ਕਹਾਂ ਕਿ ਉਹ ਵੀ 1 ਮਿੰਟ ਲਈ ਇਸ ਨੂੰ ਕਨਕਲੂਡ ਕਰ ਦੇਣ। ਲੰਮਾ ਲੈਕਚਰ ਹੁਣ ਅਸੀਂ ਨਹੀਂ ਉਹ ਬਹੁਤਾ ਕਰ ਸਕਦੇ ਪਲੀਜ਼, ਅਤੇ ਇਹ ਹੁਣ ਲੇਟ ਆਏ ਨੇ ਥੋੜ੍ਹਾ ਜਿਹਾ, ਇਹਨਾਂ ਨੂੰ ਮੈਂ ਬੇਨਤੀ ਕਰਾਂ। ਅਕੈਡਮੀ ਜੋ ਪਿੱਛੇ ਲੰਬੇ ਸਮੇਂ ਤੋਂ ਸਾਡੇ ਸਾਰੇ ਜਿਹੜੇ ਕਲਾਕਾਰ ਵੀਰ ਨੇ, ਉਹਨਾਂ ਦੇ ਮਨ ਦਾ ਇੱਕ ਸੁਪਨਾ ਸੀ ਕਿ ਜਿਤਨੇ ਵੱਡੇ ਸਥਾਨ 'ਤੇ ਸਾਨੂੰ ਪਰਮਾਤਮਾ ਨੇ ਜਨਮ ਦਿੱਤਾ ਹੈ, ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਇਹ ਸਾਹਿਤ ਦਾ ਇੱਕ ਖਜ਼ਾਨਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਪੂਰਨ ਸੰਪਾਦਨਾ, ਜਿਸ ਬੀੜ ਨੂੰ ਅਸੀਂ ਅੱਜ ਗੁਰੂ ਮੰਨਦੇ ਹਾਂ, ਉਹਦਾ ਸੰਪੂਰਨਤਾ ਇੱਥੇ ਹੋਈ ਹੈ। ਉਦੋਂ ਬਾਅਦ ਦੇ ਵਿੱਚ ਜਾ ਕੇ ਨੰਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਗੁਰੂ ਥਾਪਿਆ ਗਿਆ ਹੈ। ਉਹਦੀਆਂ ਨਜ਼ਰਾਂ ਦੇ ਵਿੱਚ ਇਸ ਧਰਤੀ 'ਤੇ ਰਹਿਣ ਵਾਲਾ ਕੋਈ ਵੀ ਲੇਖ ਕਲਕਾਰੀ ਕਿਸੇ ਵੀ ਵਿਧਾ ਦੇ ਵਿੱਚੋਂ ਲਿਖਦਾ ਹੈ, ਉਹ ਸਾਰੇ ਇੱਕ ਸੰਸਥਾ ਬਣਾ ਕੇ ਕਿਸੇ ਥਾਂ 'ਤੇ ਕੇਂਦਰਿਤ ਹੋ ਕੇ ਜਿਹਨਾਂ ਨੂੰ ਬੈਠਣ ਦਾ, ਇੱਥੋਂ ਕੋਈ ਗਾਈਡਲਾਈਨ ਮਿਲਣ ਦਾ, ਕੋਈ ਦਿਸ਼ਾ ਨਿਰਦੇਸ਼ ਸੰਸਾਰ ਲੈਵਲ ਦਾ, ਅਸੀਂ ਇੱਕ ਐਸਾ ਸਿਧਾਂਤ ਲੋਕਾਂ ਦੇ ਵਿੱਚ ਲੈ ਕੇ ਜਾਈਏ ਕਿ ਇੱਥੋਂ ਮਨੁੱਖਤਾਵਾਦ ਪੈਦਾ ਹੋਵੇ। ਹਿਊਮਨਿਟੇਰੀਅਨ ਗਰਾਊਂਡ ਸਾਰਨ ਦੇ ਵਾਸਤੇ ਜੋ ਉਪਰਾਲਾ ਹਰਗੋਬਿੰਦ ਸ਼ੇਖਪੁਰੀਆ ਜੀ ਹੋਰਾਂ ਦੇ, ਪੰਨੀਵਾਲਾ ਸਾਹਿਬ, ਦੂਜੇ ਪਾਸੇ ਸਾਡੇ ਡਾਕਟਰ ਭੰਮੇ ਸਾਹਿਬ, ਗਿੱਲ ਸਾਹਿਬ, ਜਿੰਨੇ ਵੀ ਅਸੀਂ ਸਾਰੇ ਇੱਥੇ ਬੈਠੇ ਆ, ਇਹਨਾਂ ਦਾ ਜਿੰਨਾ ਵੀ ਯੋਗਦਾਨ ਜੋ ਸੁਪਨਾ ਇਹਨਾਂ ਦਿਮਾਗ ਦੇ ਵਿੱਚ ਹੈ, ਉਹਨੂੰ ਸਾਕਾਰ ਕਰਨ ਦੇ ਵਾਸਤੇ ਮੈਂ ਵੀ ਇਹਨਾਂ ਦੇ ਨਾਲ ਮਿਲ ਕੇ ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਸੰਸਾਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਕੋਈ ਪਤਾ ਨਹੀਂ ਰਸਮ ਦੀ ਪੂੰਜੀ ਹੈ ਕਦੋਂ ਕਿੱਥੇ ਰੁੱਸ ਜਾਣੀ ਹੈ, ਕਿੱਥੇ ਜਾ ਕੇ ਸਰੀਰ ਛੱਡ ਜਾਣਾ ਹੈ। ਜਿਤਨਾ ਸਮਾਂ ਸੀ ਉਹਨਾਂ ਤੋਂ ਬਾਅਦ ਦਾ ਹੈ, ਉਹ ਸਾਡੀ ਜਵਾਨੀ ਨੂੰ ਬਚਾਉਣ ਵਾਸਤੇ, ਸਾਡੇ ਬੱਚਿਆਂ ਨੂੰ ਸਾਹਿਤ ਸਭਾਵਾਂ ਨਾਲ ਜੋੜਨ ਦੇ ਵਾਸਤੇ, ਇਤਿਹਾਸ ਨਾਲ, ਵਿਰਾਸਤ ਨਾਲ ਜੋੜਨ ਦੇ ਵਾਸਤੇ, ਧਰਮ ਦੇ ਮੂਲ ਸਿਧਾਂਤਾਂ ਨਾਲ ਜੋੜ ਕੇ ਅਸੀਂ ਇੱਕ ਐਸਾ ਸਿਸਟਮ ਤਿਆਰ ਕਰਨ ਦੇ ਵਾਸਤੇ ਹਮਲਾ ਮਾਰਾਂਗੇ ਜਿਹਦੇ 'ਚ ਦੁਨੀਆ ਦਾ ਕੋਈ ਵੀ ਬੰਦਾ ਜਦੋਂ ਸਾਡੇ ਕੋਈ ਰਚਨਾ ਪੜ੍ਹੇਗਾ, ਸਾਡੇ ਨਾਲ ਸੰਪਰਕ ਕਰੇਗਾ, ਉਹ ਇੱਥੋਂ ਦੇ ਬਣ ਕੇ ਰਹਿ ਜਾਏਗਾ ਕਿ ਅੱਗੋਂ ਸਿਆਣੇ ਬੰਦੇ ਮੈਂ ਕਿਤੇ ਦੇਖੇ ਨਹੀਂ। ਇਹ ਸਾਡਾ ਸੰਕਲਪ ਹੈ। ਇਹਦੇ ਵਾਸਤੇ ਜਿੰਨਾ ਵੀ ਯੋਗਦਾਨ ਆਪਾਂ ਸਾਰੇ ਮਿਲ ਜੁਲ ਕੇ ਪਾ ਸਕਦੇ ਹਾਂ, ਉਹ ਧੰਨਤਾ ਦੇ ਪਾਤਰ ਹੋਣਗੇ। ਮੈਂ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ। ਥੈਂਕ ਯੂ ਵੈਰੀ ਮੱਚ। ਅਤੇ ਲੇਟ ਆਉਣ ਦੀ ਮੈਂ ਖਿਮਾ ਜਾਚਨਾ ਕਰਦਾ। ਅਕਾਦਮੀ ਦਾ ਝੰਡਾ ਕਹਿ ਸਕਦੇ ਹਾਂ ਸਥਾਪਨਾ ਕਰ ਰਹੇ ਹਾਂ। ਮੈਂਬਰਾਂ ਨੂੰ ਅਸੀਂ ਆਨਲਾਈਨ ਇਕੱਠੇ ਕੀਤਾ ਹੈ 52 ਮੈਂਬਰਾਂ ਨੂੰ, ਅਤੇ ਜਿਨ੍ਹਾਂ ਨੂੰ ਸ਼ੇਖਪੁਰੀਆ ਸਾਹਿਬ ਵੱਲੋਂ ਉਹਨਾਂ ਨਾਲ ਪੁੱਛ ਕੇ ਉਹਨਾਂ ਨੂੰ ਅਹੁਦੇ ਦੱਸ ਦਿੱਤੇ ਗਏ ਹਨ। ਅਤੇ ਕੁਝ ਕੁ ਮੈਂਬਰ ਸਾਡੇ ਨਾਲ ਅਜਿਹੇ ਨੇ ਜਿਹੜੇ ਕਿ ਆਨਲਾਈਨ ਪ੍ਰੋਸੈਸ ਦੇ ਵਿੱਚ ਬਹੁਤ ਮਾਹਰ ਨੇ, ਅਤੇ ਜੋ ਇਸ ਅਕਾਦਮੀ ਨੂੰ ਹੋਰ ਪ੍ਰਸਾਰ ਵਿੱਚ ਲੈ ਕੇ ਜਾਣਗੇ। ਬਲਕਿ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਕਿ ਇੰਟਰਨੈਟ ਬਹੁਤ ਮਾਇਨੇ ਰੱਖਦਾ।
ਅਕਾਦਮੀ ਭਾਵੇਂ ਇੱਕ ਥਾਂ ਤੇ ਸਥਾਪਿਤ ਹੋਊਗੀ, ਪਰ ਇੰਟਰਨੈਟ ਦੇ ਨਾਲ ਲੋਕ ਬਹੁਤ ਸਾਰੇ ਲੋਕਾਂ ਦੇ ਵਿੱਚ ਵਿਸ਼ਵ ਤੱਕ ਫੈਲ ਸਕਦੇ ਆ। ਸਾਡੀ ਅਕਾਦਮੀ ਦੇ ਵਿੱਚ ਸਰ ਨੇ ਹਰ ਇੱਕ ਦੇਸ਼ ਵਿਦੇਸ਼ ਤੋਂ, ਹਰ ਇੱਕ ਰਾਜ ਦੇ ਵਿੱਚੋਂ ਮੈਂਬਰ ਲਏ ਨੇ ਜੋ ਪੰਜਾਬੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਸਾਹਿਤ ਨੂੰ। ਇਸ ਕਰਕੇ ਅੱਜ ਅਸੀਂ ਛੋਟੀ ਸਥਾਪਨਾ ਕਰਨ ਜਾ ਰਹੇ ਹਾਂ ਜੋ ਕਿ ਆਨਲਾਈਨ ਲੋਕ ਅਸੀਂ ਇਕੱਠੇ ਕੀਤੇ, ਕਿਉਂਕਿ ਅਸੀਂ ਕਰੋਨਾ ਪੀਰੀਅਡ ਦੇ ਵਿੱਚ ਲੋਕਾਂ ਦਾ ਇਕੱਠ ਨਹੀਂ ਕਰ ਸਕਦੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਇਹ ਪ੍ਰੋਗਰਾਮ ਉਲੀਕਾਂਗੇ ਜਿੱਥੇ ਸਾਰੇ ਮੈਂਬਰ ਇਕੱਤਰ ਵੀ ਹੋਣਗੇ ਤੇ ਆਪਣੇ ਆਪਣੇ ਸੁਝਾਅ ਵੀ ਦੇਣਗੇ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਨੂੰ VOTING ਕਰਨੀ ਪੈਂਦੀ ਹੈ ਆਪਣੀ ਅਕਾਦਮੀ ਨੂੰ ਅੱਗੇ ਲਿਜਾਣ ਦੇ ਲਈ, ਅਸੀਂ VOTING ਵੀ ਕਰਾਂਗੇ। ਸੋ ਮੈਂ ਧੰਨਵਾਦ ਕਰਦਾ ਸਰ ਨੇ ਜੋ ਸਾਡੇ ਇਸ ਪਿਛੜੇ ਹੋਏ ਇਲਾਕੇ ਦੇ ਵਿੱਚ ਅਜਿਹਾ ਉੱਦਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨਾਲ ਅਸੀਂ ਛੋਟੇ ਛੋਟੇ ਸਾਹਿਤਕਾਰਾਂ ਨੂੰ ਜੋੜ ਸਕੀਏ, ਉਹਨਾਂ ਨੂੰ ਅੱਗੇ ਲੈ ਕੇ ਆ ਸਕੀਏ, ਉਹਨਾਂ ਨੂੰ ਕੁਝ ਸਿਖਾ ਸਕੀਏ। ਅਕਾਦਮੀ ਦਾ ਮਤਲਬ ਸਾਰਿਆਂ ਨੂੰ ਸਿਖਾਉਣਾ ਹੈ, ਭਾਵੇਂ ਛੋਟੇ ਰਾਈਟਰ ਹੁੰਦੇ ਉਹਨਾਂ ਦੀਆਂ ਕੁਝ ਗਲਤੀਆਂ ਹੁੰਦੀਆਂ ਉਹਨਾਂ ਨੂੰ ਸਿਖਾਉਣਾ ਮੇਨ ਮਤਲਬ ਹੈ ਅਕਾਦਮੀ ਦਾ। ਸੋ ਮੈਂ ਧੰਨਵਾਦ ਕਰਦਾ ਤੇ ਮੇਰੇ ਕੁਝ ਕੁ ਸਹਿਯੋਗੀ ਦੋਸਤ ਹੋਣਗੇ ਜੋ ਇੰਟਰਨੈਟ ਰਾਹੀਂ ਮੈਨੂੰ ਸਹਿਯੋਗ ਦੇਣਗੇ ਇਸ ਅਕਾਦਮੀ ਨੂੰ ਲੋਕਾਂ ਤੱਕ ਪਹੁੰਚਾਉਣਾ, ਤੇ ਤੁਸੀਂ ਵੀ ਮੀਡੀਆ ਵਾਲੇ ਸਾਰੇ ਦੋਸਤ ਸਾਡਾ ਸਹਿਯੋਗ ਦਿਓਗੇ ਜੋ ਅਕਾਦਮੀ ਦਾ ਪ੍ਰਸਾਰ ਹੋ ਰਿਹਾ ਉਸ ਨੂੰ ਅੱਗੇ ਲੈ ਕੇ ਜਾਓਗੇ। ਜਿਵੇਂ ਕਿ ਮੇਰੇ ਦੋਸਤ ਨੇ ਫਲਰਾਜ ਸ਼ਰਮਾ ਜੀ, ਉਹ ਵੀ ਸਾਡੇ ਨਾਲ ਇੰਟਰਨੈਟ ਦੇ ਉੱਤੇ ਮਾਹਰ ਨੇ, ਸੁਖਦੀਪ ਰਾਏਪੁਰ, ਕੁਲਦੀਪ ਦੀਪ, ਕਮਰਜੀਤ ਜੀ ਤੇ ਸਿਮਰਨ ਕੌਰ ਸਿਮਰ, ਗੁਰਨੀਤ ਕੌਰ ਬਰਾੜ, ਜਸਵੀਰ ਸਿੱਧੂ, ਇਹ ਸਾਰੇ ਦੋਸਤ ਨੇ ਜਿਹੜੇ ਮੇਰੇ, ਇਹ ਸਾਡੇ ਇੰਟਰਨੈਟ ਮਾਧਿਅਮ ਤੇ ਸਾਡੀ ਅਕਾਦਮੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨਗੇ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਮੈਂਬਰ ਵਧਾਈ ਦੇ ਪਾਤਰ ਨੇ ਜੋ ਕਿ ਮਾਲਵੇ ਦੇ ਖੇਤਰ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਅਕਾਦਮੀ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਵਿਸ਼ਵ ਭਰ ਦੇ ਕਵੀ ਕਵਿੱਤਰੀਆਂ ਸਾਰੇ ਸ਼ਾਮਲ ਹੋਣਗੇ। ਸੋ ਸਾਰਿਆਂ ਦਾ ਧੰਨਵਾਦ, ਤੁਸੀਂ ਸਾਰਿਆਂ ਨੇ ਸਾਡਾ ਸਹਿਯੋਗ ਦੇਣਾ ਇਸ ਅਕਾਦਮੀ ਨੂੰ ਅੱਗੇ ਲਿਜਾਣ ਦੇ ਵਿੱਚ। ਸਾਥੀਓ, ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜਾ ਇਸ ਸਾਹਿਤ ਅਕਾਦਮੀ ਦਾ, ਨਵੀਂ ਸਾਹਿਤ ਅਕਾਦਮੀ ਜਿਹਨੂੰ ਮੈਂ ਕਹੂੰਗਾ, ਦਮਦਮਾ ਸਾਹਿਬ ਦੀ ਧਰਤੀ ਤੋਂ ਉਪਰਾਲਾ ਕੀਤਾ ਜਾ ਰਿਹਾ ਹੈ। ਬੜੇ ਲੰਬੇ ਸਮੇਂ ਦੀ ਇੱਥੇ ਚਰਚਾ ਹੋ ਰਹੀ ਹੈ। ਇਹਨਾਂ ਚਰਚਾਵਾਂ ਦੇ ਵਿੱਚ ਇਹ ਏਜੰਡਾ ਉੱਭਰ ਕੇ ਸਾਹਮਣੇ ਆਉਂਦਾ ਰਿਹਾ ਵੀ ਇੱਥੇ ਕਿਉਂਕਿ ਇਹਦੀ ਧਾਰਮਿਕ ਮਹੱਤਤਾ ਹੈ ਇਸ ਕਸਬੇ ਦੀ, ਤੇ ਇੱਥੋਂ ਇਹਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਮੇਰੀਆਂ ਇਸ ਭਾਵਨਾ ਦਾ ਮੈਂ ਵਿਰੋਧੀ ਨਹੀਂ ਹਾਂ। ਮੇਰੀ ਭਾਵਨਾ ਸ਼ਾਇਦ ਤੁਹਾਡੇ ਨਾਲੋਂ ਵੀ ਇਸ ਗੱਲ ਦੇ ਵਿੱਚ ਅੱਗੇ ਜਾਂਦੀ ਹੋਵੇ। ਮੇਰੀਆਂ ਪੁਰਾਣੀਆਂ ਲਿਖਤਾਂ 'ਚ ਮੈਂ ਤੁਹਾਨੂੰ ਲੱਭ ਕੇ, ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਭੇਜ ਵੀ ਸਕਦਾ ਵੀ ਕਿੱਥੇ ਕਿੱਥੇ ਮੈਂ ਇਹਦੀ ਡਿਮਾਂਡ ਵੀ ਕੀਤੀ ਹੋਈ ਹੈ। ਪਰ ਇਹ ਜਿਹੜਾ ਪਾਰਸ ਵਾਲਾ ਬੜੀ ਕੁੱਤੀ ਛਾਇਆ ਹੈ। ਮੈਂ ਕਿਉਂਕਿ ਜਿੰਨੀ ਚੰਗੀ ਚੀਜ਼ ਦੀ ਕੋਈ ਮਤਲਬ ਨਹੀਂ ਰੱਖੀ ਜਾ ਰਹੀ ਹੈ, ਉਹਦੀ ਉਨੀ ਹੀ ਚੰਗੀ ਮਤਲਬ ਜੇ ਥੱਲੋਂ ਤਿਆਰੀ ਹੋਵੇ, ਉਹਦੀ ਨੀਂਹ ਹੋਵੇ, ਸ਼ੁਰੂਆਤ ਹੋਵੇ, ਤਾਂ ਉਹਦੇ ਚੰਗੇ ਨਤੀਜੇ ਨਿਕਲਦੇ ਆ। ਤੇ ਨਹੀਂ ਤਾਂ ਫਿਰ ਸਾਨੂੰ ਤਜਰਬੇ ਦੇ ਵਿੱਚੋਂ ਪਤਾ ਹੈ। ਅਸੀਂ ਇੱਥੇ ਕਿੰਨੀਆਂ ਸਾਹਿਤ ਸਭਾਵਾਂ ਬਣਾਈ ਬੈਠੇ ਹਾਂ, ਉਹ ਸਾਰੀਆਂ ਫੱਟਾ ਸਾਹਿਤ ਸਭਾਵਾਂ ਨੇ, ਨਾ ਕਿਸੇ ਦੀ ਮੀਟਿੰਗ ਨਾ ਸ਼ੀਟਿੰਗ, ਉਹ ਕਾਰਵਾਈ ਲਿਖ ਲੈਂਦੇ ਆ ਘਰੇ ਬੈਠੇ ਹੀ ਫੋਨਾਂ 'ਤੇ ਹੀ। ਕਈ ਵਾਰ ਤਾਂ ਫੋਨ ਵੀ ਨਹੀਂ ਕਰਦੇ ਵੀ ਉਹ ਆਪਣੇ ਨਾਲ ਹੀ ਹੈ। ਮਤਲਬ ਇੱਦਾਂ ਹੀ ਕੰਮ ਚੱਲਦਾ ਹੈ। ਮੈਨੂੰ ਡਰ ਹੈ ਕਿ ਕਿਤੇ ਇਹ ਜਿਹੜੀ ਸਾਹਿਤ ਅਕਾਦਮੀ ਬਣਾਈ ਜਾ ਰਹੀ ਹੈ, ਕਿਉਂਕਿ ਮੈਨੂੰ ਡਰ ਹੈ ਕਿ ਕੋਈ ਉਹੀ ਨਹੀਂ ਆ ਗਿਆ। ਇਹ ਤਜਰਬੇ ਦੇ ਆਧਾਰ 'ਤੇ ਮੈਂ ਕਹਿ ਰਿਹਾ, ਜਿਵੇਂ ਪਿਛਲੀਆਂ ਸਾਹਿਤ ਸਭਾਵਾਂ ਦੇ ਤਜਰਬੇ ਦੇ ਵਿੱਚੋਂ ਜੋ ਮਤਲਬ ਉੱਥੇ ਕੜੀ ਘੋਲੀ ਜਾਂਦੀ ਹੈ, ਵੀ ਉਹੀ ਕੜੀ ਇਹਦੇ ਵਿੱਚ ਵੀ ਘੋਲੀ ਜਾਏਗੀ। ਜੇ ਘੱਟ ਤੋਂ ਘੱਟ, ਠੀਕ ਹੈ ਤੁਹਾਡੀ ਕਰੋਨਾ ਵਾਲੀ ਗੱਲ ਹੈ, ਬਹੁਤ ਵੱਡੇ ਇਕੱਠ ਨਹੀਂ ਕੀਤੇ ਜਾ ਸਕਦੇ। ਕੋਈ 20-50 ਤਾਂ ਹੁਣ ਜਦੋਂ ਕੋਈ ਮਰ ਜਾਂਦਾ ਉੱਥੇ ਵੀ ਤਾਂ 150 ਬੰਦਾ ਇਕੱਠਾ ਹੁੰਦਾ ਹੀ ਹੈ, ਹੋਇਆ ਜਾ ਸਕਦਾ ਸੀ। ਬਾਕੀ ਹੁਣ ਤਾਂ ਕਰੋਨਾ ਵਾਲੀ ਗੱਲ ਵੀ ਨਹੀਂ, ਟੁੱਟ ਗਈ ਤੇ ਘਟ ਗਈ, ਸਾਰਾ ਕੁਝ ਹੋ ਗਿਆ। 50-60-100 ਬੰਦੇ ਦੀ ਵੈਸੇ ਹੀ ਪ੍ਰਵਾਨਗੀ ਮਿਲ ਜਾਂਦੀ ਹੈ। ਜਿਹੜੀ ਉਹ ਗੱਲ ਕੀਤੀ ਜਾ ਸਕਦੀ ਸੀ। ਅਮਰੀਕਾ ਕੈਨੇਡਾ ਵਾਲੇ ਨਹੀਂ ਆ ਸਕਦੇ ਸੀ, ਉਹਨਾਂ ਦੀ ਪ੍ਰਵਾਨਗੀ ਟੈਲੀਫੋਨਾਂ ਤੇ ਲਈ ਜਾ ਸਕਦੀ ਸੀ, ਔਨ ਰਿਕਾਰਡ ਲਈ ਜਾ ਸਕਦੇ ਸੀ, ਉਹਨਾਂ ਦੇ ਮੈਸੇਜ ਆ ਸਕਦੇ ਸੀ, ਉਹਨਾਂ ਤੇ ਲਈ ਪ੍ਰਵਾਨਗੀ ਨਹੀਂ ਲਈ ਜਾ ਸਕਦੀ ਸੀ, ਸਾਰਿਆਂ ਦੀ ਲਈ ਜਾ ਸਕਦੀ ਸੀਗੀ। ਪਰ ਸਾਡੇ ਇਲਾਕੇ ਦੇ, ਸਾਡੇ ਜ਼ਿਲ੍ਹੇ ਦੇ ਲੋਕ ਤਾਂ ਬੁਲਾਏ ਜਾ ਸਕਦੇ ਸੀ। ਐਡੀ ਕਿੱਡੀ ਕੀ ਗੱਲ, ਅਸੀਂ ਰੋਜ਼ ਹੀ ਫੰਕਸ਼ਨਾਂ 'ਚ ਜਾਂਦੇ ਹਾਂ, ਉੱਥੇ ਵੀ ਤਾਂ ਕਰੋਨਾ ਹੁੰਦਾ ਹੀ ਹੈ। ਪਰ ਜੇ ਨਹੀਂ ਲਈ ਜਾ ਰਹੀ, ਮਤਲਬ ਅੰਦਰ ਵੜ ਕੇ ਇੱਕ ਘਰੇ ਬਹਿ ਕੇ, ਇੱਕ ਕੋਠੜੀ ਦੇ ਵਿੱਚ ਬਹਿ ਕੇ ਪੰਜਾਬ ਦੀ ਸੰਸਥਾ ਦੀ ਨੀਂਹ ਰੱਖੀ ਜਾ ਰਹੀ ਹੈ, ਤਾਂ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਇਹਦੇ ਵਿੱਚ ਜਿਹੜਾ ਸਭ ਅੱਛਾ ਨਹੀਂ ਹੈ। ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੀ ਅੱਜ ਸਥਾਪਨਾ ਤੇ
ਇਹ ਸਾਰੀ ਚਰਚਾ ਹੋ ਰਹੀ ਹੈ। ਮੇਰੇ ਤੋਂ ਪਹਿਲਾਂ ਬੜੇ ਵਿਦਵਾਨਾਂ ਨੇ ਇਸ 'ਤੇ ਗੰਭੀਰ ਚਰਚਾ ਕੀਤੀ ਅਤੇ ਮੈਨੂੰ ਲੱਗਿਆ ਵੀ ਸਾਡੇ ਸਾਰੇ ਵਿਦਵਾਨਾਂ ਨੂੰ ਇਹ ਲੱਗਿਆ ਵੀ ਜਿਹੜੀ ਇਹ ਸਾਹਿਤਕ ਧਰਤੀ ਹੈ ਦਮਦਮਾ ਸਾਹਿਬ ਦੀ, ਅਤੇ ਜਿਹੜੇ ਇੱਥੇ ਫੁੱਲ ਨੇ ਉਹਨਾਂ 'ਚ ਪਾਣੀ ਘੱਟ ਪੈ ਰਿਹਾ ਹੈ, ਕੁਮਲਾਏ ਜਾ ਰਹੇ ਹੈ, ਇਸ ਕਰਕੇ ਇਹਨਾਂ ਸਥਾਪਨਾਵਾਂ ਦੀ ਜ਼ਰੂਰਤ ਪਈ ਹੈ। ਦੂਸਰੇ ਨੰਬਰ 'ਤੇ ਸਾਡੇ ਸਾਥੀ ਨੇ ਟਿੱਪਣੀ ਕੀਤੀ ਬਹੁਤ ਵਧੀਆ, ਗਿੱਲ ਸਾਹਿਬ ਨੇ। ਮੈਂ ਉਹਨਾਂ ਦੀ ਟਿੱਪਣੀ ਦੇ ਨਾਲ ਸਹਿਮਤ ਹਾਂ ਕਿ ਹਰਗੋਬਿੰਦ ਸ਼ੇਖਪੁਰੀਆ ਜੀ ਨੇ ਜਿਹੜੀ ਇਸ ਅਕਾਦਮੀ ਦੀ ਸਥਾਪਨਾ ਦੀ ਧਰਤੀ ਹੈ ਉਹ 'ਚ ਵਧੀਆ ਬੀਜ ਬੀਜਣ ਦੀ ਕੋਸ਼ਿਸ਼ ਤਾਂ ਬਹੁਤ ਵਧੀਆ ਕੀਤੀ ਹੈ, ਪਰ ਜਿਹੜਾ ਹਲ ਦਾ ਫਾਲਾ ਸੀ ਉਹ ਤਿੱਖਾ ਨਹੀਂ ਸੀ ਇਹਨਾਂ ਦਾ। ਅਤੇ ਗਿੱਲ ਸਾਹਿਬ ਨੇ ਕਿਹਾ ਵੀ ਤੁਸੀਂ ਜੀ ਇਹ ਫਾਲਾ ਹੈ ਜਿਹੜਾ ਪੂਰੀ ਤਰ੍ਹਾਂ ਤਿੱਖਾ ਕਰੋ ਤਾਂ ਕਿ ਸਹੀ ਬੀਜ ਹੈ ਜਿਹੜਾ ਉਹ ਬੀਜਿਆ ਜਾ ਸਕੇ, ਤਾਂ ਕਿ ਸਹੀ ਫਸਲ ਹੈ ਜਿਹੜੀ ਤਾਂ ਹੀ ਉੱਗ ਸਕਦੀ ਹੈ। ਅਤੇ ਮੈਂ ਥੋੜ੍ਹਾ ਜਿਹਾ ਇਸ ਗੱਲ 'ਤੇ ਜ਼ਰੂਰ ਕਹੂੰਗਾ ਵੀ ਸਾਡਾ ਮਿੱਤਰ ਹੈ ਜਿਹੜਾ ਹਰਗੋਬਿੰਦ ਸ਼ੇਖਪੁਰੀਆ, ਹੱਦ ਦਰਜੇ ਦਾ ਮਿਹਨਤੀ ਹੈ, ਹੱਦ ਦਰਜੇ ਦਾ ਜਜ਼ਬਾਤੀ ਹੈ, ਅਤੇ ਥੋੜ੍ਹਾ ਜਿਹਾ ਗੁੱਸੇਖੋਰ ਵੀ ਹੈ ਅੰਦਰੋਂ। ਉਹਨੂੰ ਐਂ ਲੱਗਦਾ ਵੀ ਮੇਰੀ ਗੱਲ ਕੱਟ ਕਿਉਂ ਦਿੱਤੀ, ਇੱਕਦਮ ਜਜ਼ਬਾਤ ਭਾਰੂ ਹੋ ਜਾਂਦੇ ਆ, ਜਦੋਂ ਕਿ ਜਿਹੜੀ ਹੈ ਆਲੋਚਨਾ ਉਹ ਸਹਿਣ ਕਰਨ ਦੀ ਸ਼ਕਤੀ ਇੱਕ ਸਾਹਿਤਕਾਰ 'ਚ, ਇੱਕ ਪੱਤਰਕਾਰ 'ਚ, ਇੱਕ ਵਿਦਵਾਨ 'ਚ, ਇੱਕ ਉਮਰ ਹੰਢਾਊ ਬੰਦੇ 'ਚ ਬਹੁਤ ਵਧੀਆ ਹੋਣੀ ਚਾਹੀਦੀ ਹੈ। ਅਤੇ ਜਿਹੜੀ ਟਿੱਪਣੀ ਕੀਤੀ ਹੈ ਸਾਡੇ ਜਗਦੀਪ ਗਿੱਲ ਨੇ, ਉਹਦਾ ਬਾਕਮਾਲ ਟਿੱਪਣੀ ਕੀਤੀ ਹੈ, ਅਤੇ ਹੋਰ ਸਾਥੀਆਂ ਨੇ ਵੀ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹ ਵੀ ਭੁਪਿੰਦਰ ਪੰਨੀਵਾਲੀਆ ਜੀ ਨੇ ਇਹਦੇ ਏਜੰਡੇ ਬਾਰੇ ਦੱਸਿਆ, ਉਹ ਵੀ ਵਧੀਆ। ਇੱਧਰ ਮੇਰੇ ਸਾਥੀ ਬੈਠੇ ਹੈ ਦਰਸ਼ਨ ਭੰਮੇ ਜੀ, ਅਤੇ ਉੱਧਰ ਵੀ ਸਾਥੀ ਬੈਠੇ, ਸਾਰੇ ਸਾਥੀਆਂ ਨੇ ਮਤਲਬ ਕੋਸ਼ਿਸ਼ ਤਾਂ ਕੀਤੀ ਹੈ। ਅਤੇ ਸਾਡੀ ਦਿਲੀ ਇੱਛਾ ਹੈ ਵੀ ਜਿਹੜੀ ਇਹ ਸਾਹਿਤ ਅਕਾਦਮੀ ਦੀ ਸਥਾਪਨਾ ਕੀਤੀ ਗਈ ਹੈ ਇਸ ਸਮੇਂ ਦੇ ਉੱਤੇ, ਇਸ ਧਰਤੀ ਦੇ ਉੱਤੇ, ਇਹ ਬੂਟਾ ਹੈ ਜਿਹੜਾ ਫਲੇ ਫੁੱਲੇ ਅਤੇ ਇਹ ਇੰਨਾ ਵੱਡਾ ਦਰਖਤ ਬਣ ਜੇ ਵੀ ਉਹ ਸਾਨੂੰ ਸਮੱਸਿਆ ਵੀ ਸੀ। ਇਹ ਅਸੀਂ ਵੀ ਇਸ ਗੱਲ 'ਤੇ ਥੋੜ੍ਹਾ ਸਾਨੂੰ ਲੱਗਿਆ ਇੱਥੇ ਆਉਣ ਦਾ ਸਾਡਾ ਇੱਕ ਕਾਰਨ ਹੈ, ਮਨੋਵਿਗਿਆਨਕ ਕਾਰਨ ਹੈ ਵੀ ਜਾਂ ਤਾਂ ਸਾਹਿਤ ਅਕਾਦਮੀ ਦਿੱਲੀ ਜਾਓ ਜੀ, ਜਾਂ ਚੰਡੀਗੜ੍ਹ ਜਾਓ, ਜਾਂ ਲੁਧਿਆਣੇ ਜਾਓ। ਵੀ ਅਸੀਂ ਨੇੜੇ ਕਿਤੇ ਚਾਹੁੰਦੇ ਸੀ ਵੀ ਸਾਡੀਆਂ ਜਿਹੜੀਆਂ ਸਾਹਿਤਕ ਗਤੀਵਿਧੀਆਂ ਨੇ ਬੇਸ਼ੱਕ ਉਹ ਅੰਸ਼ਕ ਨੇ, ਫਿਰ ਉਹਨਾਂ ਨੂੰ ਕੋਈ ਸੰਭਾਲਣ ਵਾਲਾ, ਉਹਨਾਂ 'ਤੇ ਕੋਈ ਫੁੱਲ ਚੜ੍ਹਾਉਣ ਵਾਲਾ ਸਾਨੂੰ ਮਿਲੇ। ਅਤੇ ਇੱਥੇ ਇਸ ਚਰਚਾ ਦੇ ਵਿੱਚ ਇਹ ਗੱਲ ਵੀ ਹੋਈ ਵੀ ਜਿਹੜੇ ਵੱਡੇ ਸਾਹਿਤਕਾਰ ਹੈ ਉਹ ਜਿਹੜੇ ਹੋਰ ਤਰ੍ਹਾਂ ਦੇ ਵਧੀਆ ਵੀ ਨੇ, ਉਹਨਾਂ 'ਤੇ ਇਹੀਆਂ ਜਿਹੀਆਂ ਟਿੱਪਣੀਆਂ ਕਰ ਦਿੰਦੇ ਆ ਵੀ ਜਿਵੇਂ ਸਾਡਾ ਸਾਥੀ ਇੱਥੇ ਦੱਸ ਕੇ ਗਿਆ ਵੀ ਉਹ ਨਿਰਾਸ਼ਾ ਦੇ ਆਲਮ ਦੇ ਵਿੱਚ ਵੀ ਚਲੇ ਜਾਂਦੇ ਆ। ਉਹ ਸਾਰੀਆਂ ਗੱਲਾਂ ਨੂੰ ਮੇਰੇ ਸਾਥੀ, ਮੈਂ ਚਾਹੁੰਦਾ ਵੀ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਗੇ। ਅਤੇ ਜੇ ਹੁਣ ਇਸ ਦੀ ਸਥਾਪਨਾ ਕੀਤੀ ਗਈ ਹੈ, ਇਸ ਦਾ ਏਜੰਡਾ ਬਣਾਇਆ ਗਿਆ, ਅਤੇ ਇਹ ਗੱਲ ਵੀ ਗਿੱਲ ਸਾਹਿਬ ਦੀ ਉਸ ਦੇ ਨਾਲ ਮੈਂ ਸਹਿਮਤ ਹਾਂ ਵੀ ਹਰ ਬੰਦੇ ਨਾਲ ਸੰਪਰਕ ਰੱਖਣ। ਇਹ ਨਾ ਹੋਵੇ ਵੀ ਅਸੀਂ ਸਾਰੇ ਕਾਗਜ਼ੀ ਇੱਥੇ ਦਿਖਾ ਦਈਏ ਜੀ ਆਹ ਇੰਨੇ ਬੰਦੇ ਆ, 65 ਬੰਦੇ ਆ, 70 ਬੰਦੇ ਆ, 100 ਬੰਦੇ ਆ। ਨਹੀਂ, ਸਾਡਾ ਪਰਸਨਲੀ ਉਹਨਾਂ ਨਾਲ ਸੰਪਰਕ ਵੀ ਹੋਵੇ, ਬੇਸ਼ੱਕ ਉਹ ਪਰਸਨਲੀ ਸਾਨੂੰ ਮਿਲਣ, ਬੇਸ਼ੱਕ ਉਹ ਫੋਨ 'ਤੇ ਮਿਲਣ ਸਾਨੂੰ ਚਾਹੇ, ਅਤੇ ਅੱਗੇ ਗਤੀਵਿਧੀਆਂ ਮਤਲਬ ਇਸ ਤਰ੍ਹਾਂ ਦੀਆਂ ਕਰੀਏ ਵੀ ਇਸ ਖੇਤਰ ਦੇ ਵਿੱਚ ਘੱਟੋ ਘੱਟ ਇਸ ਮਾਲਵਾ ਖੇਤਰ ਦੇ ਵਿੱਚ ਪਤਾ ਲੱਗ ਜੇ ਵੀ ਜਿਹੜੀ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਹੈ ਉਹ ਸਥਾਪਿਤ ਹੋ ਚੁੱਕੀ ਹੈ। ਅਤੇ ਮੇਰੀਆਂ ਤੁਹਾਡੇ ਸਾਰੇ ਪੱਤਰਕਾਰ ਮਿੱਤਰਾਂ ਨਾਲ, ਇੱਥੇ ਜਿਹੜੇ ਵਿਦਵਾਨ ਮਿੱਤਰ ਆਏ ਹੋਏ ਨੇ, ਅਤੇ ਉਹਨਾਂ ਸਾਰਿਆਂ ਨਾਲ ਸ਼ੁਭ ਕਾਮਨਾਵਾਂ। ਧੰਨਵਾਦ। ਸਾਹਿਤਕਾਰ ਤੇ ਪੱਤਰਕਾਰ ਦੋਸਤੋ, ਤੁਸੀਂ ਜਿਸ ਦਮਦਮਾ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਵੀਰਾਂ, ਸਾਹਿਤਕਾਰਾਂ, ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਜਿਨ੍ਹਾਂ ਦੀ ਇੱਕ ਤੋਂ ਵੱਧ ਪੁਸਤਕ ਛਪੀ ਹੈ, ਸਾਰੇ ਪੰਜਾਬ ਦੇ ਨਹੀਂ ਸਾਰੇ ਵਿਸ਼ਵ 'ਚ ਜਿੱਥੋਂ ਤੱਕ ਮੇਰੀ ਅਪਰੋਚ ਪਈ, ਮੈਂ ਟੈਲੀਫੋਨਿਕਲੀ ਉਹਨਾਂ ਲੋਕਾਂ ਦੀ ਸਹਿਮਤੀ ਲਈ ਔਰ ਉਹਨਾਂ ਵੱਡੇ ਸਾਹਿਤਕਾਰਾਂ ਤੇ ਇਤਿਹਾਸਕਾਰਾਂ ਦੀ ਅਗਵਾਈ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਸਥਾਪਿਤ ਕੀਤੀ ਜਾ ਰਹੀ ਹੈ, ਇਹ ਕੇਵਲ ਤੇ ਕੇਵਲ ਇੱਕ ਘਰ ਦੇ ਵਿੱਚ ਨਹੀਂ ਸਥਾਪਿਤ ਕੀਤੀ ਜਾ ਰਹੀ, ਇਹ ਸਮੁੱਚੇ ਵਿਸ਼ਵ ਦੇ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ। ਔਰ ਇਹ ਆਨਲਾਈਨ ਪ੍ਰੋਸੈਸ ਹੈ। ਆਨਲਾਈਨ ਜੋ ਅੱਜ ਕੱਲ੍ਹ ਦੀ ਟੈਕਨੀਕ ਸਾਡੀ ਜਿੱਥੋਂ ਤੱਕ ਜਾ ਚੁੱਕੀ ਹੈ, ਇਹ ਗੁਰੂ ਆਦੀਵਾਲ ਨੇ ਬਕਾਇਦਾ ਤੁਹਾਨੂੰ ਦੱਸ ਦਿੱਤਾ ਹੈ ਕਿ ਆਨਲਾਈਨ ਇਹਦੀ ਸਾਰੀ ਫੈਲਾਓ ਸਾਰੀ ਦੁਨੀਆ 'ਚ ਕਰ ਦਿੱਤਾ ਗਿਆ ਹੈ। ਕੋਈ ਹਰਗੋਬਿੰਦ ਦੇ ਘਰੇ ਇਕੱਲੇ ਦੇ ਨਹੀਂ ਹੈ, ਇਹ ਸਾਰੀ ਦੁਨੀਆ 'ਚ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਫੈਲ ਚੁੱਕੀ ਹੈ।
ਔਰ ਇਸ ਦਾ ਮਿਸ਼ਨ, ਮੋਟਿਵ, ਉਦੇਸ਼, ਸੰਦੇਸ਼ ਤੇ ਉਪਦੇਸ਼ ਸਿਰਫ ਇੱਕੋ ਹੀ ਹੈ ਕਿ ਵੱਡੇ ਇਤਿਹਾਸਕਾਰ ਸਾਹਿਤਕਾਰਾਂ ਦਾ ਆਸ਼ੀਰਵਾਦ ਲੈਂਦਿਆਂ ਛੋਟੀਆਂ ਪੁੰਗਰ ਦੀਆਂ ਕਲਮਾਂ ਛੋਟੇ ਸਾਹਿਤਕਾਰ ਬੱਚਿਆਂ ਨੂੰ ਲਿਖਣ ਦੀ ਚੇਟਕ ਲਾਈ ਜਾਵੇ ਔਰ ਉਹਨਾਂ ਦੀ ਥਾਂ ਬਣਾਈ ਜਾਵੇ ਸਾਹਿਤ ਦੇ ਵਿੱਚ। ਇੰਨਾ ਹੀ ਇਹਦਾ ਆਦੇਸ਼ ਤੇ ਸੰਦੇਸ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।